ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਰਥਿਕ ਸੰਕਟ, ਬੇਰੁਜ਼ਗਾਰੀ ਅਤੇ ਮੋਦੀ ਸਰਕਾਰ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ 'ਚ ਵਿਕਾਸ ਦੇ ਨਾਂ 'ਤੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਉਸ ਦੇ ਬਾਵਜੂਦ ਦੇਸ਼ ਦੀ ਵਿਕਾਸ ਦਰ 'ਚ ਕਟੌਤੀ ਜਿਹੜੀ ਹੈ ਲਗਾਤਾਰ ਹੁੰਦੀ ਜਾ ਰਹੀ ਹੈ। ਜੇਕਰ ਦੂਜੇ ਪਾਸੇ ਦੇਖੀਏ ਤਾਂ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵੀ ਜਿਹੜੀ ਹੈ ਵੱਧਦੀ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਇਹ ਵਿਕਾਸ ਦਰ 'ਚ ਕਟੌਤੀ ਦਾ ਕਾਰਨ ਕੀ ਨੇ ਤੇ ਇਸ ਦਾ ਜਿਹੜਾ ਹੈਗਾ ਦੇਸ਼ 'ਤੇ ਕੀ ਅਸਰ ਪੈ ਸਕਦਾ ਹੈ। ਅਸਲ ਦੇ ਵਿੱਚ ਜਿਹੜਾ ਹੁਣ ਡਾਟਾ ਸਾਹਮਣੇ ਆਇਆ ਹੈ 31 ਮਾਰਚ 2021 ਤੱਕ ਦਾ, 31 ਮਾਰਚ 2021 ਤੱਕ ਦਾ ਇਹ ਸਾਡੇ ਸਾਹਮਣੇ ਇੱਕ ਫਿਗਰ ਆਈ ਹੈ ਜਿਹੜੀ ਕਿ ਕਾਫੀ ਸੋਚਣ ਵਾਲੀ ਹੈ, ਗੰਭੀਰਤਾ ਨਾਲ ਦੇਖਣ ਵਾਲੀ ਹੈ। ਉਹ ਇਹ ਹੈ ਕਿ 7.3% ਜਿਹੜੀ GDP ਹੈ, ਜਿਹਨੂੰ ਕੁੱਲ ਘਰੇਲੂ ਉਤਪਾਦ ਕਹਿੰਦੇ ਨੇ, ਪੈਦਾਵਾਰ ਕਹਿੰਦੇ ਨੇ, ਕਿ ਦੇਸ਼ ਦੇ ਵਿੱਚ ਇੱਕ ਸਾਲ ਦੇ ਅੰਦਰ ਕਿੰਨੀ ਦੌਲਤ ਪੈਦਾ ਕੀਤੀ ਗਈ ਹੈ, ਉਹਦੇ 'ਚ ਲਗਭਗ 7.5 ਜਾਂ 7.3% ਗਿਰਾਵਟ ਆਈ ਹੈ ਲਗਾਤਾਰ। ਔਰ ਗਿਰਾਵਟ ਆਉਣ ਦਾ ਮਤਲਬ ਇਹ ਹੋ ਗਿਆ ਕਿ ਜਿਵੇਂ ਜਿਵੇਂ ਉਹਦੇ 'ਚ ਗਿਰਾਵਟ ਆਉਂਦੀ ਹੈ, ਦੁਨੀਆ ਭਰ ਦੇ ਵਿੱਚ GDP ਨੂੰ ਨੌਕਰੀਆਂ ਪੈਦਾ ਕਰਨ ਦੇ ਮਾਮਲੇ ਦੇ ਵਿੱਚ ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਜਿੰਨੀ GDP ਵਧੂਗੀ ਉਨੀਆਂ ਨੌਕਰੀਆਂ। ਹਾਲਾਂਕਿ ਉਹਨੂੰ ਵੀ ਚੁਣੌਤੀ ਦਿੱਤੀ ਜਾਣ ਲੱਗੀ ਹੈ ਦੁਨੀਆ ਦੇ ਵਿੱਚ ਕਿ ਕੇਵਲ GDP ਨਹੀਂ, ਜੇ GDP ਵਧਣ ਨਾਲ ਹੀ ਇਕੱਲਾ ਗੱਲ ਹੁੰਦਾ ਹੋਏ, GDP ਦਾ ਹਿੱਸਾ ਕਿੰਨਾ ਲੋਕਾਂ ਨੂੰ ਜਾ ਰਿਹਾ ਤੇ ਕਿੰਨਾ ਅਮੀਰ ਆਦਮੀਆਂ ਨੂੰ ਜਾ ਰਿਹਾ, ਇਹ ਬੜਾ ਵੱਡਾ ਕੁਐਸਚਨ ਹੈ। ਪਰ ਜੇ ਉਹਨੂੰ ਇਕੱਲੇ ਨੂੰ ਵੀ ਸੱਚ ਮੰਨ ਲਿਆ ਜਾਏ ਤਾਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਹੈ। ਅਤੇ ਇਦੋਂ ਪਹਿਲਾਂ ਜਦੋਂ ਲਗਾਤਾਰ ਲੋਕਡਾਊਨ ਹੋਇਆ 2020 ਦੇ ਵਿੱਚ, ਪਹਿਲਾਂ ਇਹ ਆਇਆ ਕਰੋਨਾ, ਉਦੋਂ ਇਹ ਮੰਨਿਆ ਗਿਆ ਸੀ ਕਿ ਲਗਭਗ 10 ਕਰੋੜ ਨੌਕਰੀਆਂ ਚਲੀਆਂ ਗਈਆਂ ਨੇ ਮਤਲਬ ਸਾਡੇ ਦੇਸ਼ ਦੇ ਵਿੱਚੋਂ। ਔਰ ਉਹ ਨੌਕਰੀਆਂ ਦੇ ਵਿੱਚ ਬਹੁਤੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਅਤੇ ਨਾਲ ਇੱਕ ਫਿਗਰ ਇਹ ਆਈ ਹੈ ਕਿ ਜੇਕਰ ਮਹਿੰਗਾਈ ਵੀ ਜੋੜ ਲਈ ਜਾਵੇ, ਕਿ ਜਿਹੜੀ ਇਨਫਲੇਸ਼ਨ ਹੁੰਦੀ ਹੈ ਕਿ ਬਾਕੀ ਚੀਜ਼ਾਂ ਦੀ ਮਹਿੰਗਾਈ ਹੋਣ ਦਾ, ਤਾਂ 97% ਆਬਾਦੀ ਜਿਹੜੀ ਦੇਸ਼ ਦੀ ਹੈ, 97% ਜਿਹੜੇ ਪਰਿਵਾਰ ਨੇ, ਵਰਕ ਫੋਰਸ ਹੈ, ਉਹਦੀ ਆਮਦਨ ਘਟੀ ਹੈ ਜੀ। ਜਿੰਨੀ ਪਹਿਲਾਂ ਉਹਦੀ ਆਮਦਨ ਸੀ ਉਹਦੇ ਨਾਲੋਂ ਘਾਟਾ ਪਿਆ, ਮਤਲਬ ਵਧੀ ਕਿਸੇ ਦੀ ਨਹੀਂ 97% 'ਚ। ਪਰ ਕੇਵਲ ਅਤੇ ਕੇਵਲ ਕਾਰਪੋਰੇਟ ਅਤੇ ਅਮੀਰ ਘਰਾਣਿਆਂ ਦੀ ਆਮਦਨ ਵਧੀ ਹੈ, ਉਹਨਾਂ ਦੀ ਆਮਦਨ 35% ਵਧੀ ਹੈ, ਬਾਕੀ ਦੀ ਆਮਦਨ ਘਟੀ ਹੈ ਲਗਾਤਾਰ। ਇਹ ਇੱਕ ਆਪਦੇ ਆਪ 'ਚ ਚੀਜ਼ ਦੱਸਦੀ ਹੈ ਕਿ ਜਿਹੜਾ ਡਾਟਾ ਹੈ, ਜਿਹੜੇ ਅੰਕੜੇ ਨੇ, ਇਹ ਬੜੇ ਹੀ ਖਤਰਨਾਕ, ਅਤੇ ਨਾ ਕੇਵਲ ਖਤਰਨਾਕ ਨੇ ਬਲਕਿ ਇੱਕ ਸਾਨੂੰ ਜਾਣਕਾਰੀ ਵੀ ਦਿੰਦੇ ਨੇ ਕਿ ਸਾਡਾ ਡਿਵੈਲਪਮੈਂਟ ਦਾ ਜਾਂ ਵਿਕਾਸ ਦਾ ਤਰੀਕਾਕਾਰ ਜਿਹੜਾ ਹੈ ਉਹ ਕਿੱਧਰ ਲੈ ਕੇ ਜਾ ਰਿਹਾ ਸਾਨੂੰ। ਕੁਝ ਹੱਥਾਂ 'ਚ ਪੂਰਾ ਪੈਸਾ ਦੌਲਤ ਇਕੱਠੀ ਕਰ ਰਿਹਾ ਅਤੇ ਦੂਜੇ ਲੋਕਾਂ ਨੂੰ ਗਰੀਬੀ 'ਚ ਛੱਡ ਰਿਹਾ। ਇਸੇ ਦੇ ਨਾਲ ਜੁੜਿਆ ਹੋਇਆ ਇਹ ਅੰਕੜਾ ਹੈ ਕਿ ਜਿਹੜੇ 23 ਕਰੋੜ ਲੋਕ ਨੇ ਨਵੇਂ, ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਹੋ ਕੇ ਮਿਡਲ ਕਲਾਸ ਸੁੰਗੜਨ ਲੱਗ ਗਈ। ਪਹਿਲਾਂ ਕਿਹਾ ਜਾਂਦਾ ਸੀ ਕਿ ਸਾਡੇ ਮਿਡਲ ਕਲਾਸ ਵੱਧ ਰਹੀ ਹੈ, ਜਿਹੜਾ ਗਰੀਬੀ ਦੀ ਰੇਖਾ ਥੋੜ੍ਹਾ ਜਿਹਾ ਉੱਪਰ ਆ ਜਾਂਦਾ, ਕੰਮ ਠੀਕ ਠਾਕ ਮਿਲ ਜਾਂਦਾ, ਥੋੜ੍ਹੀ ਜਿਹੀ ਆਮਦਨ ਵੱਧ ਜਾਂਦੀ ਹੈ, ਉਹ ਮੱਧ ਵਰਗ 'ਚ ਮੰਨਿਆ ਜਾਣ ਲੱਗ ਜਾਂਦਾ। ਅਤੇ ਹੁਣ ਸਾਡੇ ਇਸ ਦੌਰ ਦੇ ਦੌਰਾਨ ਮਿਡਲ ਕਲਾਸ ਸੁੰਗੜ ਰਹੀ ਹੈ, ਘਟ ਰਹੀ ਹੈ, ਕਿਉਂਕਿ ਅਰਥ ਵਿਵਸਥਾ ਸੁੰਗੜ ਰਹੀ ਹੈ। ਅਤੇ ਨਰਿੰਦਰ ਮੋਦੀ ਸਰਕਾਰ ਨੇ ਜਦੋਂ ਹੁਣ ਖਾਸ ਤੌਰ 'ਤੇ 2019 'ਚ ਆਏ ਨੇ ਜੀ, ਇਹਨੇ ਇੱਕ ਲੋਕਾਂ ਦੇ ਸਾਹਮਣੇ ਮਤਲਬ ਇੱਕ ਗੱਲ ਪੇਸ਼ ਕੀਤੀ ਕਿ ਅਸੀਂ ਇਹਨਾਂ ਸਾਲਾਂ ਦੇ ਵਿੱਚ ਸਾਡੇ ਦੇਸ਼ ਦੀ ਜਿਹੜੀ ਪੂਰੀ ਦੌਲਤ ਹੈ, ਇਹ ਅਸੀਂ 5 ਟ੍ਰਿਲੀਅਨ ਡਾਲਰ, ਭਾਵ 50 ਖਰਬ ਡਾਲਰ ਦੀ ਬਣਾ ਦੇਣੀ ਆ ਅਸੀਂ। ਇਹ ਬਣਾਉਣ ਦਾ ਮਤਲਬ ਇਹ ਹੈ, ਜਿਹੜੇ ਹੁਣ ਮਾਹਰਾਂ ਦੇ ਆંકੜੇ ਆਏ ਨੇ, ਕਿ ਤੁਹਾਡੀ ਵਿਕਾਸ ਦੀ ਦਰ 14 ਤੋਂ 15% ਚਾਹੀਦੀ ਹੈ ਸਾਰੇ ਸਾਲਾਂ ਦੇ ਦੌਰਾਨ ਜੀ। ਤੁਸੀਂ ਉਹਦੇ ਨੇੜੇ ਤੇੜੇ ਵੀ ਨਹੀਂ, ਤੁਸੀਂ ਉਦੋਂ ਘਟਣ 'ਤੇ ਜਾਣ ਲੱਗ ਗਏ, ਪੁੱਠੇ ਪਾਸੇ ਜਾਣ ਲੱਗ ਗਏ, ਮਤਲਬ ਉਹ ਤਾਂ ਕੀ ਹੋਣੀ ਹੈ ਜਿਹੜੀ ਬਾਕੀ ਦੀ ਹੈ। ਔਰ ਅਗਲੀ ਗੱਲ ਇੱਕ ਇਹ ਹੈ ਕਿ ਇਹ ਇਕੱਲਾ ਕਰੋਨਾ ਦੇ ਕਰਕੇ ਨਹੀਂ ਹੈ ਜੀ, ਕਰੋਨਾ ਇੱਕ ਫੈਕਟਰ ਹੈਗਾ। ਇਹ ਜਿਹੜੀ ਗਿਰਾਵਟ ਆ ਰਹੀ ਹੈ ਲਗਾਤਾਰ, ਇਹ ਗਿਰਾਵਟ ਪਹਿਲੇ ਉੱਥੋਂ ਹੀ ਸਟਾਰਟ ਹੋ ਗਈ ਸੀ ਜਦੋਂ ਨਰਿੰਦਰ ਮੋਦੀ ਨੇ 2016 ਦੇ ਵਿੱਚ 8 ਨਵੰਬਰ ਨੂੰ ਅਤੇ ਆ ਕੇ ਕਿਹਾ ਸੀ TV ਚੈਨਲ 'ਤੇ ਕਿ ਹੁਣ ਨੋਟਬੰਦੀ ਲਾਗੂ ਹੋ ਰਹੀ ਹੈ ਅੱਜ ਤੋਂ ਜੀ। ਨੋਟਬੰਦੀ ਨਾਲ ਜਿੰਨੇ ਕਾਰੋਬਾਰ ਠੱਪ ਹੋਏ, ਜਿੰਨੀਆਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਉਦੋਂ ਬਾਅਦ ਉੱਭਰੇ ਨਹੀਂ ਪਾਇਆ ਮੁੜ ਕੇ। ਥੋੜ੍ਹੀ ਬਹੁਤ ਉੱਭਰਨ ਦੀ ਕੋਸ਼ਿਸ਼ ਕੀਤੀ ਜਿੰਨੀ ਕੁ ਅਰਥ ਵਿਵਸਥਾ ਨੇ, ਅਤੇ ਉਹਨਾਂ ਹੋਰ ਕੋਈ ਨਾ ਕੋਈ ਕਾਰਨ ਵੱਧਦੇ ਗਏ, ਕੋਈ ਨਾ ਕੋਈ ਕਾਰਨ ਵੱਧਦੇ। ਇਸੇ ਕਰਕੇ ਜਿਹੜੀ 2019 'ਚ ਇੱਕ ਰਿਪੋਰਟ ਆਈ ਸੀ, 2019 'ਚ ਇਹ ਰਿਪੋਰਟ ਆਈ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ 2017-18 ਦੇ ਸਾਲ ਤੱਕ ਦੇ ਵਿੱਚ, ਮਤਲਬ ਜੇ ਕਹੀਏ ਪਿਛਲੇ 45 ਸਾਲਾਂ ਨਾਲੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਸਾਡੇ ਸਾਹਮਣੇ ਆਈ ਹੈ ਜੀ।
ਔਰ ਸਭ ਤੋਂ ਜ਼ਿਆਦਾ ਵੱਡੀ ਬੇਰੁਜ਼ਗਾਰੀ ਜੇਕਰ ਉਸ ਸਮੇਂ ਸਾਹਮਣੇ ਆਈ ਹੈ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਲੋਕਾਂ ਨੂੰ ਕਿ ਜਿਹੜੀ 2 ਕਰੋੜ ਨੌਕਰੀ ਸਾਲ ਦੀ ਕੱਢਣ ਦਾ ਗੱਲ ਹੈ ਇਹ ਫਰਾਡ ਹੈ ਤੇ ਇਹ ਨਹੀਂ ਮਿਲਣੀ ਅਸਲ ਦੇ ਵਿੱਚ। ਤੇ ਉਹਦੇ 'ਚੋਂ ਫਿਰ ਕਈ ਜੁਮਲੇ ਵੀ ਆਉਂਦੇ ਰਹੇ, ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨੇ ਬੋਲਤਾ ਵੀ ਦੇਖੋ ਕਈਆਂ ਨੂੰ ਪਕੌੜੇ ਤਲਣ ਦੀ ਵੀ ਤਾਂ ਮਿਲੀ ਹੈ, ਕਿਸੇ ਇਹਨਾਂ ਦੇ ਲੀਡਰ ਨੇ ਬੋਲਤਾ ਵੀ ਜੇ ਇੱਕ ਗਊ ਰੱਖੀ ਹੁੰਦੀ ਪਤਾ ਨਹੀਂ 10 ਲੱਖ ਦੀ ਫਾਇਦਾ ਹੋ ਜਾਂਦਾ ਇੰਨੇ ਚਿਰ 'ਚ। ਇਹ ਚੀਜ਼ਾਂ ਆਉਂਦੀਆਂ ਰਹੀਆਂ, ਜੁਮਲੇਬਾਜ਼ੀ ਜਿਹੜੀ ਉਸ ਪੱਧਰ ਦੇ ਉੱਤੇ ਹੋਣ ਲੱਗ ਗਈ, ਰੀਅਲ ਕਿਉਂਕਿ ਨੌਕਰੀ ਨਹੀਂ ਮਿਲੀ ਉਸ ਪੱਧਰ ਦੇ ਉੱਤੇ। ਇਸ ਕਰਕੇ ਇਹ ਸਭ ਤੋਂ ਬੜਾ ਪੂਰੇ ਦੇਸ਼ ਦੇ ਵਿੱਚ ਲੋਕਾਂ ਦੇ ਮਾਮਲੇ 'ਚ, ਉਹਨਾਂ ਦੀਆਂ ਜ਼ਿੰਦਗੀਆਂ ਦੇ ਮਾਮਲੇ ਚਿੰਤਾ ਦਾ ਵਿਸ਼ਾ। ਹੁਣੇ ਇੱਕ ਫਿਗਰ ਸਾਹਮਣੇ ਆਈ ਆ, ਜਿਹੜੇ ਤੂਫਾਨ ਆਏ ਨੇ ਜੀ, ਜਸ ਔਰ ਉਦੋਂ ਪਹਿਲਾਂ ਦਾ ਜਿਹੜਾ ਚੱਕਰਵਾਤ, ਉਹਨੇ ਇਹ ਕਿਹਾ ਹੈ, ਉਹ ਕਹਿੰਦਾ ਵੀ ਇੱਥੇ ਜਿਹੜੇ ਬੰਦੇ ਮਰੇ ਨੇ ਤੂਫਾਨ ਨਾਲ, ਨਹੀਂ ਤੂਫਾਨ ਤਾਂ ਹਰ ਸਾਲ ਹੀ ਆਉਂਦਾ, ਇੱਥੇ ਕੋਈ ਨਵਾਂ ਨਹੀਂ ਆਇਆ ਜੀ। ਇਹ ਗਰੀਬੀ ਕਰਕੇ ਮਰੇ ਨੇ ਕਿਉਂਕਿ ਉਹਨਾਂ ਕੋਲ ਉਹ ਤੂਫਾਨ ਤੋਂ ਬਚਣ ਦੇ ਲਈ ਜੋ ਸਾਧਨ ਹੁੰਦੇ ਨੇ, ਇੱਕ ਥਾਂ ਤੋਂ ਉੱਠ ਕੇ ਜਾਣਾ ਫਿਰ ਮੁੜ ਕੇ ਉੱਥੇ ਆ ਜਾਣਾ, ਜਿਹੜੀਆਂ ਸੰਭਾਵਨਾਵਾਂ ਨੇ ਲੋਕ ਉਹਦੇ 'ਚ ਜ਼ਿੰਦਗੀ ਜਿਉਂਦੇ ਨੇ। ਪਰ ਮੌਤਾਂ ਗਰੀਬੀ ਕਰਕੇ ਹੋਈਆਂ ਨੇ, ਮੌਤਾਂ ਤੂਫਾਨ ਕਰਕੇ ਨਹੀਂ ਹੋਈਆਂ। ਇਹ ਸਵਾਲ ਆਪਣੇ ਆਪ 'ਚ ਵੱਡਾ ਹੈ। ਅਸੀਂ ਫਿਗਰ ਇਹ ਨੋਟ ਕਰਦੇ ਹਾਂ ਕਿ ਮੌਤ ਉਹਦੇ ਨਾਲ ਹੋਈ ਹੈ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਅਸੀਂ ਕਹਿੰਦੇ ਹਾਂ ਲੂ ਲੱਗਣ ਨਾਲ ਗਰਮੀ ਨਾਲ ਮੌਤ ਹੋ ਗਈ। ਜਦੋਂ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਬਹੁਤ ਜ਼ਿਆਦਾ ਠੰਡ ਲੱਗਣ ਨਾਲ ਮੌਤ ਹੋ ਗਈ। ਮੌਤ ਠੰਡ ਲੱਗਣ ਨਾਲ ਤੇ ਗਰਮੀ ਨਾਲ ਨਹੀਂ ਹੁੰਦੀ। ਮੌਤ ਉਹਨਾਂ ਬੰਦਿਆਂ ਦੀ ਹੁੰਦੀ ਆ ਉਦੋਂ, ਨਾ ਉਹਦੇ ਕੋਲ ਸ਼ੈਲਟਰ ਹੁੰਦਾ ਰਹਿਣ ਲਈ, ਨਾ ਉਹਦੇ ਕੋਲ ਖਾਣ ਲਈ ਪੂਰਾ ਉਹਦੇ ਨਾਲ ਹੁੰਦਾ, ਜਦੋਂ ਤੁਹਾਡੇ ਸਮਾਜ ਦੇ ਵਿੱਚ ਮਤਲਬ ਉਹ ਸਹੂਲਤਾਂ ਤੋਂ ਸੱਖਣਾ ਹੁੰਦਾ ਬੰਦਾ ਜਿਹੜੀਆਂ ਬਾਕੀ ਲੋਕਾਂ ਨੂੰ ਮਿਲ ਰਹੀਆਂ ਨੇ, ਤਾਂ ਆਟੋਮੈਟਿਕਲੀ ਉਹਦੀ ਮੌਤ ਹੁੰਦੀ ਹੈ। ਉਹਦਾ ਕਾਰਨ ਗਰਮੀ ਤੇ ਸਰਦੀ ਨਹੀਂ ਹੁੰਦਾ, ਉਹਦਾ ਕਾਰਨ ਤੁਹਾਡੇ ਸਮਾਜ ਦੇ ਵਿੱਚ ਹਾਸੀਅਤ ਤੇ ਧੱਕਣਾ ਹੁੰਦਾ ਕਿ ਉਹਨੂੰ ਅਸੀਂ ਓਡੇ ਜੋਗਾ ਕਰ ਨਹੀਂ ਪਾਏ। ਇਸੇ ਕਰਕੇ ਇਹ ਜਿਹੜਾ ਬਿਰਤਾਂਤ ਹੈ ਜਿਹੜਾ ਸਿਰਜਿਆ ਜਾਂਦਾ ਸ਼ਬਦਾਵਲੀ ਦੇ ਵਿੱਚ, ਇਹਨੂੰ ਬੜੇ ਗੰਭੀਰਤਾ ਨਾਲ ਦੇਖਣਾ ਤੇ ਉਹਦੇ ਅਲੱਗ ਤਰ੍ਹਾਂ ਦੀ ਵਿਆਖਿਆ ਕਰਨਾ ਬੜੀ ਜ਼ਰੂਰੀ ਹੈ ਤਾਂ ਕਿ ਉਸ ਪਾਸੇ ਵੱਲ ਚਲਾਇਆ ਜਾ ਸਕੇ ਜੀ। ਹਮੀਰ ਸਿੰਘ ਜੀ, ਦੇਸ਼ 'ਚ ਲੋਕਾਂ ਦਾ ਰੁਜ਼ਗਾਰ ਜਿਹੜਾ ਹੈਗਾ ਖੁੱਸਦਾ ਜਾ ਰਿਹਾ ਹੈ, ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ, ਜਿਸ ਕਰਕੇ ਹਰ ਖੇਤਰ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕੇਂਦਰ ਸਰਕਾਰ ਬਾਕੀ ਤਾਂ ਗੱਲਾਂ ਵੱਡੀਆਂ ਕਰਦੀ ਹੈ, ਪਰ ਜਿਹੜੀ ਕਿ ਟੈਕਸ ਘਟਾਉਣ ਦੀ ਚੀਜ਼ ਉਹਦੇ ਹੱਥ 'ਚ, ਉਹ ਇੱਕ ਵਾਰ ਵੀ ਨਹੀਂ ਗੱਲ ਕਰਦੀ ਵੀ ਕਿ ਅਸੀਂ ਕੁਝ ਟੈਕਸ ਘਟਾ ਦਿੰਦੇ ਹਾਂ ਜਿਸ ਨਾਲ ਕੀਮਤਾਂ ਘਟ ਜਾਣਗੀਆਂ। ਇਸ ਨੂੰ ਤੁਸੀਂ ਕਿਵੇਂ ਦੇਖੋ? ਲਗਾਤਾਰ 17-18 ਵਾਰ ਐਸੇ ਮਹੀਨੇ ਦੇ ਵਿੱਚ ਜਿਹੜਾ ਲੰਘਿਆ ਮਈ ਦਾ ਮਹੀਨਾ, ਲਗਾਤਾਰ ਡੇਲੀ ਵੱਧ ਰਿਹਾ ਡੀਜ਼ਲ ਤੇ ਪੈਟਰੋਲ। ਕਈ ਜਗ੍ਹਾ ਤਾਂ 100 ਤੋਂ ਜ਼ਿਆਦਾ, 100 ਰੁਪਏ ਲੀਟਰ ਤੋਂ ਜ਼ਿਆਦਾ ਹੋ ਗਿਆ, ਪੈਟਰੋਲ ਤਾਂ ਹੋ ਹੀ ਗਿਆ, ਤੇ ਲਗਭਗ 100 ਦੇ ਨੇੜੇ ਤੇੜੇ ਸਾਰੇ ਕਿਤੇ ਹੋ ਗਏ। ਪੈਟਰੋਲ ਤੇ ਡੀਜ਼ਲ ਦਾ ਮਤਲਬ ਹੈ ਸਮੁੱਚੀ ਇਨਫਲੇਸ਼ਨ, ਸਮੁੱਚੀ ਮਹਿੰਗਾਈ ਦਰ ਦਾ ਜਿਹੜਾ ਵਾਧਾ ਹੋਣਾ, ਕਿਉਂਕਿ ਜਿੰਨੀ ਟਰਾਂਸਪੋਰਟੇਸ਼ਨ ਹੈ, ਢੋਆਈ ਹੈ, ਉਹ ਸਾਰੀ ਪੈਟਰੋਲ ਤੇ ਡੀਜ਼ਲ ਤੇ, ਉਹਦੇ ਤੇ ਡੀਜ਼ਲ ਤੇ ਖਾਸ ਤੌਰ ਤੇ ਜ਼ਿਆਦਾ ਨਿਰਭਰ ਹੈ। ਤੇ ਬਾਕੀ ਲੋਕਾਂ ਨੇ ਵੀ ਜਿਹੜਾ ਜਾਣਾ ਆਉਣਾ ਉਹ ਸਾਰਾ ਉਹਦੇ ਤੇ ਨਿਰਭਰ ਹੈ, ਤੇ ਮਹਿੰਗਾਈ ਉਹਦੇ ਨਾਲ ਜੁੜ ਕੇ ਵੱਧਦੀ ਹੈ ਬਹੁਤ ਜ਼ਿਆਦਾ। ਔਰ ਫਿਰ ਉਹਦਾ ਕਹਿੰਦੇ ਨੇ ਜਿਵੇਂ ਕਾਸਕੇਡਿੰਗ ਇੰਪੈਕਟ, ਵੀ ਲਗਾਤਾਰ ਇੱਕ ਸਰਕਲ ਬਣ ਜਾਂਦਾ। ਇੱਕ ਚੀਜ਼ ਮਹਿੰਗੀ ਹੁੰਦੀ ਹੈ, ਅਗਲੀ, ਫਿਰ ਅਗਲੀ ਉਹ ਤੋਂ ਅੱਗੇ ਇੱਕ ਸਰਕਲ ਬਣ ਜਾਂਦਾ ਜਿਹੜਾ ਟੁੱਟਦਾ ਨਹੀਂ ਹੈ। ਔਰ ਇਹ ਮਹਿੰਗਾਈ ਕੇਵਲ ਇੱਕ ਕਾਰਨ ਕਰਕੇ ਨਹੀਂ ਹੈ, ਜਿਹੜਾ ਇਹ ਕਹਿੰਦੇ ਨੇ ਕੱਚੇ ਤੇਲ ਦੀ ਕੀਮਤ ਵੱਧ ਗਈ। ਕੱਚੇ ਤੇਲ ਦੀ ਕੀਮਤ ਉਸ ਹੱਦ ਤੱਕ ਨਹੀਂ ਵਧੀ ਕਿ ਇੰਨੀ ਹੋ ਜੇ, ਕਿਉਂਕਿ 60% ਦੇ ਕਰੀਬ ਤਾਂ ਟੈਕਸ ਹੈ ਜਿਹਦੇ ਨਾਲ ਕੇਂਦਰ ਸਰਕਾਰ ਦਾ ਖਜ਼ਾਨਾ ਭਰਿਆ ਜਾਂਦਾ, ਤੇ ਜਾਂ ਬਾਕੀ ਦਾ ਜਿਹੜਾ ਥੋੜ੍ਹਾ ਬਹੁਤ ਉਹ ਸੂਬਾ ਸਰਕਾਰਾਂ ਦੇ ਖਜ਼ਾਨਿਆਂ 'ਚ ਜਾਂਦਾ। ਇੱਕ ਤਾਂ ਇਹਦੇ 'ਤੇ ਜਿੰਨੀ ਆਬਕਾਰੀ ਡਿਊਟੀ ਲੱਗਦੀ ਹੈ, ਜਿੰਨਾ ਉਹਦੇ 'ਤੇ ਸਰਚਾਰਜ ਉਪਕਰ ਦੇ ਰੂਪ 'ਚ ਤੁਸੀਂ ਲਾ ਦਿੰਦੇ ਹੋ, ਤੇ ਇਸੇ ਤਰ੍ਹਾਂ ਵੈਟ ਦੇ ਰੂਪ ਦੇ ਵਿੱਚ ਇਹ ਲਾ ਰਹੇ ਹੋ। ਤੁਸੀਂ ਦੁਨੀਆ ਦੇ ਸਾਹਮਣੇ ਇੱਕ ਗੱਲ ਰੱਖੀ ਸੀ ਕਿ ਅਸੀਂ ਸਭ ਤੋਂ ਬੜਾ ਟੈਕਸ ਰਿਫਾਰਮ ਕਰ ਲਿਆ GST ਦੇ ਰੂਪ 'ਚ। ਹਾਲਾਂਕਿ GST ਵੀ ਸੰਕਟ ਬਣੀ ਖੜੀ ਹੈ, ਸਟੇਟਾਂ ਉਹਦੇ ਖਿਲਾਫ ਨੇ ਤੇ ਤੁਸੀਂ ਉਹਦੀ ਗੱਲ ਨਹੀਂ ਸੁਣ ਰਹੇ, ਔਰ ਤੁਹਾਡੀ ਵੀ ਆਮਦਨ ਜਿਹੜੀ ਰੈਵਨਿਊ ਦੇ ਰੂਪ 'ਚ GST ਤੋਂ ਨਹੀਂ ਵੱਧ ਰਹੀ। ਪਰ ਜੇ ਤੁਸੀਂ ਪ੍ਰਿੰਸੀਪਲੀ ਸਿਧਾਂਤਕ ਤੌਰ 'ਤੇ ਤੁਹਾਨੂੰ ਲੱਗਦਾ ਸੀ ਕਿ ਉਹ ਇੱਕ ਬਹੁਤ ਵੱਡਾ ਸੁਧਾਰ ਹੈ ਤੇ ਇਹ ਦੇਸ਼ ਦੇ ਬਾਰੇ ਨਿਆਰੇ ਕਰ ਦੇਗਾ, ਤਾਂ ਪੈਟਰੋਲੀਅਮ ਪਦਾਰਥ ਤੁਸੀਂ GST ਦੇ ਦਾਇਰੇ 'ਚ ਕਿਉਂ ਨਹੀਂ ਲਿਆਉਂਦੇ? ਪੈਟਰੋਲੀਅਮ ਪਦਾਰਥ GST ਦੇ ਦਾਇਰੇ 'ਚ ਲਿਆਉਣ ਦਾ ਮਤਲਬ ਹੈ ਕਿ ਤੁਸੀਂ ਫਿਰ 60% ਟੈਕਸ ਨਹੀਂ ਲਾ ਸਕੋਗੇ, ਫਿਰ ਤੁਸੀਂ ਵੱਧ ਤੋਂ ਵੱਧ ਵਾਲਾ ਜਿਹੜਾ 28% ਲਾ ਸਕੋਗੇ। ਇਹਦਾ ਮਤਲਬ ਇਹ ਹੈ ਜੇ ਅੱਜ GST ਦੇ ਅੰਡਰ ਆਉਂਦਾ ਤਾਂ ਤੁਹਾਡੇ ਘੱਟੋ ਘੱਟ ਜਿਹੜਾ ਬਾਕੀ ਦਾ ਉਹ ਹੈ, ਜੇ 60% ਦੀ ਬਜਾਏ 28% ਹੋ ਜੇ ਤਾਂ 30-35-40% ਤਾਂ ਹੇਠਾਂ ਚਲਾ ਜਾਏ ਨਾ, ਜਿਹੜਾ ਹੁਣ ਵੀ ਆਉਂਦਾ। ਤੇ ਅਗਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਉਦੋਂ ਤੋਂ 1997-98 ਤੋਂ ਬਾਅਦ ਲਗਾਤਾਰ ਇਹਨੂੰ ਡੀਰੈਗੂਲਰਾਈਜ਼ ਕੀਤਾ ਹੋਇਆ, ਮਤਲਬ ਇਹਦੇ 'ਤੇ ਕੰਟਰੋਲ ਖਤਮ ਕੀਤਾ ਹੋਇਆ, ਇਹਨੂੰ ਮੰਡੀ ਨਾਲ ਜੋੜਤਾ ਜੀ। ਤੇ ਪਰ ਉਸੇ ਮੰਡੀ ਨਾਲ ਜੋੜੇ ਦੇ ਦੌਰਾਨ ਜਦੋਂ ਤੁਹਾਡੇ ਸਾਹਮਣੇ
ਤੇਲ ਬਹੁਤ ਨੀਚੇ ਆ ਜਾਂਦਾ ਹੈ, ਜੀ ਉਦੋਂ ਤੁਸੀਂ ਉਨਾ ਹੀ ਬੈਨੀਫਿਟ, ਉਨਾ ਹੀ ਲਾਭ ਖਪਤਕਾਰਾਂ ਨੂੰ ਕਿਉਂ ਨਹੀਂ ਦਿੰਦੇ? ਔਰ ਵੈਸੇ ਵੀ ਤੁਸੀਂ ਦੇਖੋ ਕਿ ਇਹ ਰੋਕ ਕੇ ਰੱਖਿਆ ਇਹਨਾਂ ਨੇ, ਗਵਰਨਮੈਂਟ ਦੇ ਹੱਥ 'ਚ ਤਾਂ ਹੈ ਹੀ ਹੈ, ਪਾਲਿਸੀ ਕਿੱਥੇ ਗਈ? ਜਿੰਨਾ ਚਿਰ 4 ਰਾਜਾਂ ਦੀਆਂ ਚੋਣਾਂ ਸੀ ਤੇ ਇੱਕ ਯੂਨੀਅਨ ਕੇਂਦਰ ਸ਼ਾਸਤ ਪ੍ਰਦੇਸ਼ ਦੀ, ਉਨਾ ਚਿਰ ਨਹੀਂ ਵਧਾਇਆ। ਜੀ ਜਿੱਦਣ ਉਹ ਸ਼ੁਰੂ ਹੋ ਗਿਆ, ਨਤੀਜੇ ਨਤੂਜੇ ਆ ਗਏ ਤੇ ਸ਼ੁਰੂ ਹੋ ਗਿਆ ਕੰਮ ਰੋਜ਼ ਵਧਣ ਦਾ ਕੰਮ। ਤੁਸੀਂ ਆਪਣੀਆਂ ਕੰਪਨੀਆਂ ਨੂੰ ਕਹਿ ਰੱਖਿਆ ਕਿ ਅੱਜ ਨਹੀਂ ਵਧਾਉਣਾ, ਉਦੋਂ ਬਾਅਦ ਵਧਾਉਣਾ। ਇਹਦਾ ਮਤਲਬ ਇਹ ਸੋਚੀ ਸਮਝੀ ਇੱਕ ਤਰੀਕਾਕਾਰ ਹੈ ਜਿਹਨੇ ਬਹੁਤ ਵੱਡੇ ਪੱਧਰ ਤੇ ਲੋਕਾਂ ਦੀਆਂ ਜੇਬਾਂ ਕੱਟੀਆਂ ਨੇ, ਅਸਰ ਪਾਇਆ। ਪਹਿਲਾਂ ਹੀ ਕਹਿੰਦੇ ਸੀ, ਜਦੋਂ ਪਹਿਲਾਂ ਵਾਲਾ ਰੇਟ ਵਧਿਆ ਸੀ ਪਿਛਲੇ ਸਾਲ, ਜੀ ਕਿ 2,60,000 ਕਰੋੜ ਗਵਰਨਮੈਂਟ ਆਫ ਇੰਡੀਆ ਦੇ ਖਾਤੇ 'ਚ ਨਵਾਂ ਜਾਊਗਾ ਕੱਲਾ ਇਹਨਾਂ ਟੈਕਸਾਂ ਦੇ, ਮਤਲਬ ਇਹਦਾ ਭਾਅ ਵਧਣ ਦੇ ਕਰਕੇ। ਹੁਣ ਤਾਂ ਹੋਰ ਐਡੀਸ਼ਨ ਹੋ ਗਈ ਉਹਦੇ ਤੇ, ਲਗਭਗ 4 ਰੁਪਏ ਤੋਂ ਜ਼ਿਆਦਾ ਪੈਟਰੋਲ ਤੇ ਡੀਜ਼ਲ ਵੱਧ ਗਿਆ ਐਸੇ 1 ਮਹੀਨੇ ਦੇ ਦੌਰਾਨ ਹੀ। ਤਾਂ ਕਿੰਨੇ ਪੈਸੇ ਲੋਕਾਂ ਦੇ ਜਿਹੜੇ ਖਜ਼ਾਨੇ 'ਚ ਤੁਹਾਡੇ ਜਾ ਰਹੇ ਨੇ, ਔਰ ਇੱਕ ਮੀਟਿੰਗ ਤੱਕ ਵੀ ਨਹੀਂ ਹੋ ਰਹੀ। ਬਾਕੀ ਤਾਂ ਗੱਲ ਛੱਡੋ, ਕਈ ਵਾਰ ਇੱਕ ਮੀਟਿੰਗ ਹੁੰਦੀ ਹੈ, ਬੈਠ ਕੇ ਚਰਚਾ ਹੁੰਦੀ ਹੈ ਕਿ ਆਪਾਂ ਇਹਦੀ ਰਿਲੀਫ ਦੇ ਦਈਏ, ਰਾਹਤ ਦੇ ਦਈਏ। ਤੇ ਅੱਛਾ, ਦੂਜੇ ਪਾਸੇ ਇਹ ਵੀ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਵੀ ਨੇ, ਜੀ ਜਿਹੜੀ ਸਿਆਸਤ ਕਰਨ ਦੀ ਲੋੜ ਪੈਂਦੀ ਹੈ ਵਿਰੋਧੀ ਧਿਰਾਂ ਨੂੰ ਵੱਡੇ ਪੱਧਰ ਤੇ, ਕਦੇ 1 ਰੁਪਿਆ ਤੇਲ ਵੱਧ ਜਾਂਦਾ ਸੀ, 50 ਪੈਸੇ ਵੱਧ ਜਾਂਦਾ ਸੀ, ਸੜਕਾਂ ਜਾਮ ਹੋ ਜਾਂਦੀਆਂ ਸੀ। ਪਰ ਦੇਸ਼ ਪੱਧਰ ਤੇ ਸਿਆਸੀ ਧਿਰਾਂ ਜਿਵੇਂ ਇੱਕ ਸਹਿਮਤੀ ਕਰਕੇ ਬੈਠ ਹੋ ਜਾਂਦੀਆਂ ਨੇ, ਕਦੇ ਨਾ ਕਦੇ ਟੀਵੀ ਤੇ ਬਿਆਨ ਦੇਤਾ, ਬਹਿਸ ਦੇ ਵਿੱਚ ਜਾਂ ਇਕੱਲਾ ਅਖਬਾਰ 'ਚ ਬਿਆਨ ਦੇਤਾ। ਜਿਹੜੀ ਸੜਕ ਦੀ ਸਿਆਸਤ ਹੈ ਉਹ ਗਾਇਬ ਨਜ਼ਰ ਆ ਰਹੀ ਹੈ। ਇਸੇ ਕਰਕੇ ਮਨਮਾਨੇ ਤਰੀਕੇ ਨਾਲ ਕੇਂਦਰ ਸਰਕਾਰ ਕਰ ਰਹੀ ਹੈ, ਔਰ ਇਹ ਬਹੁਤ ਵੱਡਾ ਮਸਲਾ ਹੈ ਮਹਿੰਗਾਈ ਦਾ ਤੇ ਪੈਟਰੋਲੀਅਮ ਜਿਹੜੀਆਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧਣ ਦਾ, ਜਿਹੜਾ ਲੋਕਾਂ ਦੀਆਂ ਮਤਲਬ ਜ਼ਿੰਦਗੀਆਂ ਤੇ ਅਸਰ ਕਰ ਰਿਹਾ, ਲੋਕਾਂ ਦੀ ਰਸੋਈ ਤੇ ਅਸਰ ਕਰ ਰਿਹਾ, ਲੋਕਾਂ ਦੇ ਖਾਣ ਪੀਣ ਤੇ ਅਸਰ ਕਰ ਰਿਹਾ। ਇਹਦੇ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਜੀ ਹਮੀਰ ਜੀ, ਇੱਕ ਕੇਂਦਰ ਤੇ ਸੂਬਿਆਂ ਦੇ ਵਿੱਚ ਜਿਹੜਾ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ, ਚਾਹੇ ਗੱਲ ਕਰੀਏ ਪੱਛਮੀ ਬੰਗਾਲ ਦੀ, ਦਿੱਲੀ ਦੀ, ਚਾਹੇ GST ਦਾ ਮੁੱਦਾ ਹੋਵੇ, ਚਾਹੇ ਕਰੋਨਾ ਦੌਰਾਨ ਵਧੀਆ ਸਿਹਤ ਸਹੂਲਤਾਂ ਜਿਹੜੀ ਹੈਗੀਆਂ ਮੁਹੱਈਆ ਕਰਾਉਣ ਦੀ ਗੱਲ ਹੋਵੇ, ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਹੈਗਾ ਲਗਾਤਾਰ ਟਕਰਾਅ ਵੱਧਦਾ ਜਾ ਰਿਹਾ। ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਟਕਰਾਅ ਤਾਂ ਜਿਹੜਾ ਸੰਘੀ ਢਾਂਚਾ ਹੈ, ਇਹ ਬੜੇ ਪੁਰਾਣੇ ਸਮੇਂ ਤੋਂ ਹੀ ਇਹਦੇ ਤੇ ਵਾਰ ਹੁੰਦਾ ਆ ਰਿਹਾ ਲਗਾਤਾਰ। 1947 ਦੇ ਵਿੱਚ ਹੀ ਲੋਕ ਕਹਿੰਦੇ ਸੀ ਕਿ ਚੰਗੇ ਜੇ ਸਹੀ ਅਰਥਾਂ ਦੇ ਵਿੱਚ ਸੰਘੀ ਢਾਂਚਾ ਹੁੰਦਾ, ਜਿਹੜੀ ਕੈਬਨਿਟ ਮਿਸ਼ਨ ਯੋਜਨਾ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿੱਥੇ ਘੱਟ ਗਿਣਤੀਆਂ ਬਹੁ ਗਿਣਤੀ 'ਚ ਨੇ, ਖਾਸ ਤੌਰ 'ਤੇ ਉਦੋਂ ਮੁਸਲਿਮ ਆਬਾਦੀ ਬਹੁਤ ਜ਼ਿਆਦਾ ਉਹਨਾਂ 'ਚ ਸੀ, ਉਹਨੂੰ ਤੁਸੀਂ ਪੂਰੇ ਖੁਦ ਮੁਖਤਿਆਰੀ ਦੇ ਦਿਓ, ਕੁਝ ਅਧਿਕਾਰ ਕੇਂਦਰ ਕੋਲ ਰੱਖ ਕੇ ਬਾਕੀ ਦੇ ਮਾਮਲਿਆਂ ਦੇ ਵਿੱਚ ਦੇਸ਼ ਇਕੱਠਾ ਵੀ ਰਹਿ ਸਕਦਾ ਸੀ। ਇਹ ਵੀ ਇੱਕ ਦਾਅਵਾ ਕੀਤਾ ਜਾ ਰਿਹਾ ਹੈ ਉਸ ਦੇ ਮਾਮਲੇ ਦੇ ਵਿੱਚ ਕਈ ਵਿਚਾਰਵਾਨਾਂ ਵੱਲੋਂ। ਪਰ ਉਦੋਂ ਬਾਅਦ ਲਗਾਤਾਰ ਸਾਡੇ ਇੱਕ ਕੇਂਦਰੀਕ੍ਰਿਤ ਸੰਵਿਧਾਨ ਬਣ ਗਿਆ। ਫਿਰ ਵੀ ਜਿੰਨੇ ਵੀ ਸਬਜੈਕਟ ਆਏ, ਉਦੋਂ ਕੇਂਦਰ ਮਜ਼ਬੂਤ ਸੀ, 97 ਸਬਜੈਕਟ ਕੇਂਦਰ ਕੋਲ ਚਲੇ ਗਏ, 66 ਸਬਜੈਕਟ ਤੁਹਾਡੇ ਰਾਜਾਂ ਕੋਲ ਚਲੇ ਗਏ, 52 ਸਬਜੈਕਟ ਤੁਹਾਡੇ ਸਾਂਝੇ ਸੂਚੀ 'ਚ ਰੱਖੇ ਗਏ। ਉਹ 52 ਵੀ ਜੇਕਰ ਦੋਨਾਂ 'ਚ ਕਲੈਸ਼ ਹੋ ਜੇ ਤਾਂ ਕੇਂਦਰ ਦੀ ਮੰਨੀ ਜਾਂਦੀ ਹੈ ਬਹੁ ਗਿਣਤੀ, ਉਹ ਚੱਲਦਾ ਆ। ਪਰ ਚੱਲਦੇ ਕੁਝ ਜਿਹੜੇ ਰਾਜਾਂ ਦੇ ਸਬਜੈਕਟ ਵੀ ਸੀ, ਜਿਵੇਂ ਸਿੱਖਿਆ ਸੀ, ਰਾਜਾਂ ਦਾ ਖੇਤਰ ਸੀ, ਉਹ ਵੀ ਪਾਲਿਸੀਆਂ ਬਣਾ ਕੇ ਉਹ ਸਾਂਝੀ ਸੂਚੀ 'ਚ ਚਲਾ ਗਿਆ ਤੇ ਉਹ ਚੱਲਿਆ। ਸਿਹਤ ਦਾ ਮਾਮਲਾ ਸੀ, ਖੇਤੀ ਦਾ ਮਾਮਲਾ, ਇਹ ਸਾਰੇ। ਪਰ ਹੁਣ ਤਾਂ ਬਿਲਕੁਲ ਹੀ ਹੱਦ ਹੋ ਗਈ ਹੈ। ਮਤਲਬ ਜਿਹੜੀ ਮਾੜੀ ਮੋਟਾ ਇੱਕ ਸਮਝਦਾਰੀ ਹੁੰਦੀ ਹੈ ਉਹਦੇ 'ਚ, ਇਹਨਾਂ ਦਿਨਾਂ ਦੇ ਵਿੱਚ ਹੀ ਕੁਝ ਬੈਕਗਰਾਊਂਡ ਦੇ ਵਿੱਚ ਪਿਛੋਕੜ ਦੇ ਵੀ ਲੋਕਾਂ ਨੇ ਤੱਥ ਕੱਢ ਕੇ ਸਾਹਮਣੇ ਲਿਆਂਦੇ ਨੇ। ਜਿਵੇਂ ਤੁਰੰਤ ਦਾ ਜਿਹੜਾ ਮਾਮਲਾ ਉਹ ਪੱਛਮੀ ਬੰਗਾਲ ਦੇ ਚੀਫ ਸੈਕਟਰੀ ਨੂੰ ਲੈ ਕੇ, ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉੱਥੇ ਗਏ ਤੇ ਉਹ 10-15 ਮਿੰਟ ਲੇਟ ਪਹੁੰਚੇ। ਚੀਫ ਮਿਨਿਸਟਰ ਤੇ ਜਿਹੜਾ ਚੀਫ ਸੈਕਟਰੀ ਹੈ, ਇਹ ਠੀਕ ਹੈ, ਪ੍ਰੋਟੋਕੋਲ ਮੁਤਾਬਕ ਪਹਿਲਾਂ ਜਾਓ ਤਾਂ ਠੀਕ ਹੈ, ਕੋਈ ਗੱਲ ਨਹੀਂ। ਪਰ ਐਡੀ ਵੀ ਕਿੱਡੀ ਕੁ ਹਉਮੈ ਹੋ ਜਾਂਦੀ ਹੈ ਕਿਸੇ ਇੰਡੀਵਿਜੂਅਲ ਆਦਮੀ ਦੀ ਦੇਸ਼ ਨਾਲੋਂ, ਕਿ ਉਹ ਜਾ ਕੇ ਇਹ ਕਹਿੰਦਾ ਕਿ ਚਲੋ ਜੀ ਚੀਫ ਸੈਕਟਰੀ ਨੂੰ ਸੰਮਣ ਕਰੋ, 72 ਘੰਟਿਆਂ ਦੇ ਅੰਦਰ ਦਿੱਲੀ ਆ ਕੇ ਰਿਪੋਰਟ ਕਰੋ। ਤੇ ਇਦੋਂ ਪਹਿਲਾਂ ਜਿਹਦਾ ਨਾਂ ਬੜੀ ਵਾਰ ਲੈਂਦੇ ਨੇ, ਜਿਹਦੇ ਨਾਂ ਦੇ ਤੌਰ ਤੇ ਨਰਿੰਦਰ ਮੋਦੀ ਨੇ ਸਭ ਤੋਂ ਬੜਾ ਬੁੱਤ ਜਿਹੜਾ ਬਣਾਇਆ ਹੈ, ਤੇ ਉਹ ਬੁੱਤ ਤੇ ਜਿੰਨੇ ਪੈਸੇ ਲਾਏ ਨੇ, ਜਿਹਦੇ ਕਰਕੇ ਕਿਹਾ ਜਾਂਦਾ ਵੀ ਜੇ ਕਰੋਨਾ ਤੇ ਲੱਗ ਜਾਂਦੇ ਤਾਂ ਆਕਸੀਜਨ ਦੀ ਕਮੀ ਨਹੀਂ ਸੀ ਆਉਣੀ, ਸਰਦਾਰ ਵੱਲਭ ਭਾਈ ਪਟੇਲ। ਤੇ ਪਟੇਲ ਦੇ ਵੇਲੇ 1965 ਦੇ ਵਿੱਚ ਇੱਕ ਇਹੋ ਜਿਹੇ ਕੇਸ ਇਹੋ ਜਿਹੇ ਕਈ ਵਾਰ ਆਏ ਸੀ। ਔਰ ਉਹ ਕੇਸ ਕੀ ਸੀ 1965 ਦੇ ਵਿੱਚ, ਕਿ ਇੱਕ ਚੀਫ ਸੈਕਟਰੀ ਸੀਗੇ ਉੜੀਸਾ ਦੇ ਉਸ ਸਮੇਂ, ਮਿਸਟਰ ਸੁਬਰਾਮਨੀਅਮ, ਤੇ ਉਹ ਖੇਤੀਬਾੜੀ ਦੇ ਮਾਹਰ ਸੀ। ਉਹਨਾਂ ਦਿਨਾਂ 'ਚ ਗ੍ਰੀਨ ਰੈਵੋਲੂਸ਼ਨ ਦਾ ਸਵਾਲ ਖੜਾ ਹੋ ਰਿਹਾ ਸੀ ਕਿ ਆਪਾਂ ਖੇਤੀ ਦੀ ਵਿਉਂਤਬੰਦੀ ਕਰਨੀ ਹੈ। ਉਸ ਸਮੇਂ ਦੇ ਜਿਹੜੇ ਖੇਤੀਬਾੜੀ ਮੰਤਰੀ ਸੀ, ਉਹਨਾਂ ਨੇ ਕਈ ਵਾਰ ਚਿੱਠੀਆਂ ਲਿਖੀਆਂ ਸੂਬੇ ਦੀ ਸਰਕਾਰ ਨੂੰ ਕਿ ਸਾਨੂੰ ਇਹ ਬੰਦਾ ਚਾਹੀਦਾ ਹੈ ਖੇਤੀ ਸੈਕਟਰੀ ਦੇ ਤੌਰ ਤੇ। ਪਰ ਸਟੇਟ ਗਵਰਨਮੈਂਟ ਨੇ ਕਿਹਾ ਕਿ ਨਹੀਂ, ਸਾਡੀ ਲੋੜ ਹੈ ਤੇ ਅਸੀਂ ਇਹਨੂੰ ਰੱਖਾਂਗੇ। ਤੇ ਪਟੇਲ ਤੱਕ ਵੀ ਗੱਲ ਗਈ ਤੇ ਉਹ ਸੂਬੇ ਸਰਕਾਰ ਦੀ ਗੱਲ ਮੰਨੀ ਗਈ ਉਸ ਪੱਧਰ ਦੇ ਉੱਤੇ। ਤੇ ਇਹ ਤੋਂ ਬਿਨਾਂ ਵੀ
ਈਵਨ ਇੱਕ ਕੇਸ ਵੀ ਹੈ ਜਿਹੜਾ ਦਾ ਜ਼ਿਕਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੀਗਾ ਜਿਹੜਾ ਸਟੇਟ ਆਫ ਪੰਜਾਬ ਐਂਡ ਅਦਰਜ ਤੇ ਇੰਦਰ ਸਿੰਘ ਬਨਾਮ ਇੰਦਰ ਸਿੰਘ ਤੇ ਅਦਰਜ ਦਾ ਕੇਸ ਹੈ, ਪੰਜਾਬ ਨਾਲ ਰਿਲੇਟਡ ਹੈ। ਉਹਦੇ 'ਚ ਉਹਨੇ ਕਿਹਾ ਕਿ ਬਿਨਾਂ ਸੂਬਾ ਸਰਕਾਰ ਦੀ ਸਿਫਾਰਿਸ਼ ਤੋਂ ਕਿਸੇ ਵੀ ਜਿਹੜੇ ਚਾਹੇ IAS IPS ਅਧਿਕਾਰੀ ਨੇ ਉਹ ਡੈਪੂਟੇਸ਼ਨ ਤੇ ਨਹੀਂ ਜਾ ਸਕਦਾ, ਉਹਦੀ ਸਹਿਮਤੀ ਜ਼ਰੂਰੀ ਹੈ। ਇਹ ਸੁਪਰੀਮ ਕੋਰਟ ਦੀ ਜੱਜਮੈਂਟ ਹੈ। ਤੇ ਤੁਸੀਂ ਇਹਦਾ ਮਤਲਬ ਮਮਤਾ ਠੀਕ ਕਹਿ ਰਹੀ ਹੈ ਫਿਰ ਜੇਕਰ ਉਹ ਕਹਿ ਰਹੀ ਹੈ ਕਿ ਤੁਸੀਂ ਗੈਰ ਸੰਵਿਧਾਨਕ ਕੰਮ ਕਰ ਰਹੇ ਹੋ, ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਤੇ ਇਹ ਜਿਹੜਾ ਟਕਰਾਅ ਹੈ ਲਗਾਤਾਰ ਇੰਨੇ ਟਕਰਾਅ 'ਚ ਜੇ ਸੂਬਾ ਤੇ ਸੈਂਟਰ ਰਹੇਗਾ ਤਾਂ ਵਿਕਾਸ ਕਿਵੇਂ ਹੋਣਾ? ਤਾਂ ਉਹ ਸਹਿਕਾਰੀ ਸੰਘਵਾਦ ਕਿਵੇਂ ਹੈ? ਤੁਸੀਂ ਫਿਰ ਉਹ ਮੰਨਦੇ ਕੀ ਹੋ? ਜੇ ਜਿਹੜੇ ਮੁਲਾਜ਼ਮ ਨੇ ਹੌਲੀ ਹੌਲੀ ਫਿਰ ਕੀ ਹੋ ਜਾਏਗਾ? ਜਿੰਨੇ IAS ਤੇ IPS ਤੁਸੀਂ ਬਿਠਾਏ ਹੋਏ ਨੇ ਵੱਖ-ਵੱਖ ਸੂਬਿਆਂ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਫਿਰ ਤੁਹਾਡਾ ਡਾਇਰੈਕਟ ਦਖਲ ਹੋ, ਜਿਹਨੂੰ ਮਰਜ਼ੀ ਸੱਦ ਲਿਆ ਕਰੋਗੇ, ਜਿਹਨੂੰ ਮਰਜ਼ੀ ਭੇਜਿਆ ਕਰੋਗੇ, ਤਾਂ ਉਹ ਸੂਬਾ ਸਰਕਾਰ ਪ੍ਰਤੀ ਜਵਾਬਦੇਹ ਕਿਵੇਂ ਰਹਿਣਗੇ? ਤਾਂ ਸੂਬਿਆਂ ਦੇ ਵਿੱਚ ਉਹਨਾਂ ਨੇ ਲਾਏ ਹੋਏ ਨੇ ਚੀਫ ਸੈਕਟਰੀ, ਉਹਨਾਂ ਨੇ ਲਾਏ ਹੋਏ ਨੇ DC ਸੈਕਟਰੀ, IPS ਅਫਸਰ, SSP, ਫਿਰ ਤਾਂ ਤੁਹਾਡਾ ਹੀ ਰਾਜ ਹੈ ਸਿੱਧਾ ਸਾਰੇ ਪ੍ਰਸ਼ਾਸਨ ਤੇ। ਫਿਰ ਤਾਂ ਕੇਂਦਰ ਸੂਬੇ ਦੇ ਹੱਕ ਹੀ ਨਹੀਂ ਕੋਈ। ਸੂਬਾ ਫਿਰ ਕੀ ਕਰੂਗਾ ਉਸ ਮਾਮਲੇ ਦੇ ਵਿੱਚ? ਇਸ ਕਰਕੇ ਜਿਹੜਾ ਇਸ ਪਾਸੇ ਜਿਹੜਾ ਜਿੰਨੀ ਤੇਜ਼ੀ ਦੇ ਨਾਲ ਸੂਬਿਆਂ ਦੇ ਅਧਿਕਾਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਉਹਦੇ ਤੇ ਜਿਹੜਾ ਮਮਤਾ ਬੈਨਰਜੀ ਨੇ ਇੱਕ ਬਾਕੀ ਸਾਰੀਆਂ ਧਿਰਾਂ ਨੂੰ ਇਹ ਕਿਹਾ। ਔਰ ਹੈਰਾਨੀ ਇਹ ਆਉਂਦੀ ਹੈ ਕਿ ਸਾਡੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ, ਸੂਬਾਈ ਪਾਰਟੀਆਂ ਨੇ, ਉਹ ਚੁੱਪ ਨੇ। ਮੈਂ ਨਹੀਂ ਅਕਾਲੀ ਦਲ ਦਾ ਕੋਈ ਬਿਆਨ ਦੇਖਿਆ ਇਸ ਮਾਮਲੇ ਤੇ ਅਜੇ ਤੱਕ, ਮੈਂ ਨਹੀਂ ਆਮ ਆਦਮੀ ਪਾਰਟੀ ਦਾ ਅਜੇ ਤੱਕ ਬਿਆਨ ਦੇਖਿਆ ਇਸ ਮਾਮਲੇ ਦੇ ਉੱਤੇ। ਜਿਹੜੀਆਂ ਘੱਟੋ ਘੱਟ ਖੇਤਰੀ ਅਕਾਲੀ ਦਲ ਤਾਂ ਲੜਦਾ ਹੀ ਰਿਹਾ ਨਾ, ਬਾਕੀ ਛੱਡੋ। ਜਿਹੜਾ ਇਹ ਕਹੇ ਕਿ ਕੇਂਦਰ ਗਲਤ ਕਰ ਰਿਹਾ ਔਰ ਇਸ ਸਾਰੀ ਗੱਲ ਦੇ ਖਿਲਾਫ ਆਪਾਂ ਨੂੰ ਰਲ ਕੇ ਇਕਜੁੱਟ ਹੋਣਾ ਚਾਹੀਦਾ, ਇਹ ਆਵਾਜ਼ ਤੱਕ ਨਹੀਂ ਨਿਕਲ ਰਹੀ। ਤਾਂ ਕਿਸ ਲੈਵਲ ਦੀ ਸਰਕਾਰਾਂ ਤੁਸੀਂ ਚਲਾਓਗੇ ਜੇਕਰ ਤੁਸੀਂ ਸਰਕਾਰਾਂ ਦੇ ਵਿੱਚ ਆਉਂਦੇ ਵੀ ਹੋ ਉਸ ਸਾਰੇ ਮਾਮਲੇ ਦੇ ਵਿੱਚ? ਇਸ ਕਰਕੇ ਇੱਕ ਸਟਰਕਚਰ ਦੀ, ਇੱਕ ਢਾਂਚੇ ਦੀ ਗੱਲ ਹੈ ਇਹ। ਕੱਲੀਆਂ ਗੱਲਾਂ, ਕੁਝ ਚੀਜ਼ਾਂ ਤੁਸੀਂ ਖਤਮ ਕਰ ਦੋਗੇ, ਕੋਈ ਤੁਸੀਂ ਕਰਪਸ਼ਨ ਦੂਰ ਕਰ ਦੋਗੇ, ਜੇ ਉਹ ਇਹ ਜੁਮਲੇ ਤਾਂ ਸਾਰੇ ਲੋਕਾਂ ਨੇ ਦੇਖ ਲਏ। ਢਾਂਚਾਗਤ ਤਬਦੀਲੀਆਂ ਦੇ ਵਾਸਤੇ ਤੁਹਾਡੇ ਕੋਲ ਕੀ ਗੱਲ ਹੈ? ਤੁਹਾਡੇ ਕੋਲ ਹਿੰਮਤ ਹੈ, ਸੂਝ-ਬੂਝ ਹੈ? ਤੁਸੀਂ ਖੜਦੇ ਹੋ ਜਾਂ ਨਹੀਂ ਖੜਦੇ? ਇਸ ਟੈਸਟ 'ਚੋਂ ਪਾਸ ਹੋਣ ਲਈ ਪਾਰਟੀਆਂ ਹਜੇ ਸਾਹਮਣੇ ਨਹੀਂ ਆਈਆਂ, ਇਹਦੇ 'ਚ ਅਸਫਲ ਦਿਖਾਈ ਦਿੰਦੀਆਂ ਨੇ। ਔਰ ਜੇ ਰਲ ਕੇ ਸਾਰਿਆਂ ਨੇ ਫੈਡਰਲਿਜ਼ਮ ਦੀ ਲੜਾਈ ਨਾਲ ਲੜੀ ਜਾਂ ਨਾ ਬਚਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰਾ ਕੁਝ ਹੀ ਜਿਸ ਤਰੀਕੇ ਨਾਲ ਕੇਂਦਰੀਕ੍ਰਿਤ ਹੋ ਗਿਆ ਤਾਂ ਲਗਭਗ ਜਿਵੇਂ ਪ੍ਰੈਜ਼ੀਡੈਂਸ਼ੀਅਲ ਰੂਲ ਹੁੰਦਾ ਹੈ, ਰਾਸ਼ਟਰਪਤੀ ਸ਼ਾਸਨ ਟਾਈਪ ਹੁੰਦਾ, ਇੱਕ ਬੰਦੇ ਦੇ ਕੋਲ ਸਾਰੇ ਅਧਿਕਾਰ ਦੇ ਦਿਓ, ਪਾਰਲੀਮੈਂਟਰੀ ਸਿਸਟਮ ਨਹੀਂ ਹੁੰਦਾ ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ। ਉਹ ਉਧਰ ਨੂੰ ਜਾ ਰਿਹਾ ਕੰਟਰੀ ਇਸ ਮਾਮਲੇ ਦੇ ਵਿੱਚ। ਇਹਦੇ ਤੇ ਗੌਰ ਕਰਨ ਦੀ ਲੋੜ ਹੈ ਸਾਰੀਆਂ ਸਮੁੱਚੀਆਂ ਧਿਰਾਂ ਨੂੰ, ਪਾਰਟੀਆਂ ਨੂੰ ਤੇ ਸਮੁੱਚੇ ਲੋਕਾਂ ਨੂੰ ਵੀ। ਤੇ ਜਿਹੜੀਆਂ ਜੱਦੋ ਜਹਿਦਾਂ ਹੋਣ ਉਹਦੀ ਧਾਰ ਕੀ ਹੋਣੀ ਚਾਹੀਦੀ ਹੈ, ਕਿਸ ਪਾਸੇ ਵੱਲ ਜਾਣੀ ਚਾਹੀਦੀ ਹੈ, ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ। ਹਮੀਰ ਜੀ, ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਦਾ ਚਾਰੋਂ ਪਾਸਿਓਂ ਜਿਹੜਾ ਹੈ ਘਿਰਾਓ ਹੋ ਰਿਹਾ, ਚਾਹੇ ਉਹ ਵਿਰੋਧੀ ਧਿਰਾਂ ਹੋਣ, ਰਾਜਨੀਤਿਕ ਪਾਰਟੀਆਂ ਹੋਣ, ਖੇਤੀ ਕਾਨੂੰਨਾਂ ਨੂੰ ਲੈ ਕੇ ਆਮ ਲੋਕ, ਕਿਸਾਨ ਜਿਹੜਾ ਹੈਗਾ ਉਹ ਵਿਰੋਧ ਕਰ ਰਹੇ ਨੇ। ਉੱਧਰ ਹੀ ਉਸ ਦੇ ਨਾਲ ਹੀ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤੇ ਸੁਪਰੀਮ ਕੋਰਟ ਵੀ ਟਿੱਪਣੀਆਂ ਲਗਾਤਾਰ ਜਿਹੜੀ ਹੈਗੀ ਕਰ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਜੋ ਮੌਜੂਦਾ ਹਾਲਾਤ ਇਸ ਟਾਈਮ ਬਣੇ ਹੋਏ ਨੇ, ਇਹਦੇ ਸਿਆਸੀ ਮਾਇਨੇ ਕੀ ਰਹਿ ਜਾਂਦੇ ਨੇ ਫਿਰ? ਕੇਂਦਰ ਬੜੀ ਬੁਰੀ ਤਰ੍ਹਾਂ ਫਸੇ, ਖਾਸ ਤੌਰ ਤੇ ਕਰੋਨਾ ਦੇ ਪ੍ਰਬੰਧ ਦੇ ਵਿੱਚ ਤਾਂ ਸਾਰਾ ਦੇਸ਼ ਦੇ ਵਿੱਚ ਹਾਹਾਕਾਰ ਹੈ। ਔਰ ਈਵਨ ਯੂਪੀ ਦੇ ਵਿੱਚ ਜੋ ਡੈਮੇਜ ਹੋਇਆ, ਕਿਉਂਕਿ ਇਹਨਾਂ ਦੇ ਆਪਣੇ MLA ਨੇ, MPਆਂ ਨੇ ਚਿੱਠੀਆਂ ਲਿਖ ਕੇ ਓਪਨਲੀ ਕਿਹਾ ਕਿ ਪ੍ਰਸ਼ਾਸਨ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ, ਮੁੱਖ ਮੰਤਰੀ ਵੀ ਸੁਣ ਨਹੀਂ ਰਹੇ। RSS ਔਰ BJP ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ ਦਿੱਲੀ ਦੇ ਵਿੱਚ। ਉਹਦੇ 'ਚ ਉਸ ਮੀਟਿੰਗ ਦੇ ਵਿੱਚ ਚੀਫ ਮਿਨਿਸਟਰ ਨੂੰ ਨਹੀਂ ਬੁਲਾਇਆ ਗਿਆ, ਬਾਕੀ ਸਾਰਿਆਂ ਨੂੰ ਬੁਲਾਇਆ ਗਿਆ, ਫੀਡਬੈਕ ਲੈਣ ਦੀ ਟਰਾਈ ਕੀਤੀ। ਇਸੇ ਕਰਕੇ ਕਨਸੋਹਾ ਲੈਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਕਿ ਕਿਉਂਕਿ ਫਰਵਰੀ 22 ਦੇ ਵਿੱਚ ਇਲੈਕਸ਼ਨ ਹੈ ਯੂਪੀ ਦੇ ਵਿੱਚ ਵੀ, ਯੂਪੀ ਦੇ ਵਿੱਚ ਹੈ, ਉੱਤਰਾਖੰਡ ਦੇ ਵਿੱਚ ਹੈ, ਪੰਜਾਬ ਦੇ ਵਿੱਚ ਹੈ, ਗੋਆ ਦੇ ਵਿੱਚ ਹੈ, ਮਨੀਪੁਰ ਦੇ ਵਿੱਚ ਹੈ, 5 ਜਿਹੜੀਆਂ ਚੋਣਾਂ ਹੋਣੀਆਂ ਨੇ। ਪਰ ਯੂਪੀ ਉਹਦੇ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿ ਕੀ ਯੋਗੀ ਆਦਿੱਤਿਆਨਾਥ ਦੀ ਅਗਵਾਈ 'ਚ ਅਗਲੀ ਇਲੈਕਸ਼ਨ ਲੜੀ ਜਾਊ ਜਾਂ ਨਹੀਂ। ਜਿਵੇਂ ਸਾਡੇ ਕਾਂਗਰਸੀ ਲੜਦੇ ਨੇ ਹੁਣ ਵੀ, ਕੀ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜੀ ਜਾਊ ਜਾਂ ਨਹੀਂ। ਉਹੀ BJP ਦੇ ਅੰਦਰ ਵੀ ਇੱਕ ਹੱਦ ਤੱਕ ਇਹ ਰੌਲਾ ਪੈਣਾ ਜਿਹੜਾ ਸ਼ੁਰੂ ਹੋ ਗਿਆ। ਅਤੇ ਇਹਦੇ ਨਾਲ ਦੀ ਨਾਲ ਇਹ ਵੀ ਗੱਲ ਹੈ ਇੱਕ ਕਿ ਜਿਹੜੇ ਸੈਡੀਸ਼ਨ ਦੇ ਹੱਦੋਂ ਵੱਧ ਕੇਸ ਦੇਸ਼ ਧਰੋਹੀ ਦੇ ਤੁਸੀਂ ਪਾਤੇ, ਜਿਹੜੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਅਸੀਂ ਇਹਦੇ 'ਤੇ ਸੁਣਵਾਈ ਕਰਾਂਗੇ। ਔਰ ਅਖਬਾਰਾਂ ਨੇ ਐਡੀਟੋਰੀਅਲ ਲਿਖੇ ਨੇ, ਕਿੰਨੇ ਅਖਬਾਰ ਇਹ ਕਹਿੰਦੇ ਨੇ ਕਿ ਇਹਨੂੰ ਜਾਣਾ ਚਾਹੀਦਾ, ਅੰਗਰੇਜ਼ਾਂ ਦੇ ਵੇਲੇ ਦਾ ਗੁਲਾਮ ਭਾਰਤ ਦਾ ਇੱਕ ਐਕਟ ਹੈ, ਕਾਨੂੰਨ ਹੈ, ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਲੋਕਾਂ 'ਤੇ ਲਾਈਆਂ ਜਾਂਦੀਆਂ ਨੇ ਇਹ ਕਾਨੂੰਨ ਖਤਮ ਹੋਣਾ ਚਾਹੀਦਾ, ਬਲਕਿ ਉਸ ਪਾਸੇ ਵੱਲ ਮਤਲਬ ਮਾੜੀ ਮੋਟੀ ਸੋਧ ਦਾ ਸਵਾਲ ਨਹੀਂ, ਖਤਮ ਹੋਣਾ ਚਾਹੀਦਾ। ਅਤੇ ਇਹ ਸਾਰੀਆਂ ਗੱਲਾਂ ਦੇ ਉੱਤੇ ਕਾਨੂੰਨੀ ਪੱਖ ਤੋਂ, ਸਿਆਸੀ ਪੱਖ ਤੋਂ, ਆਰਥਿਕ ਪੱਖ ਤੋਂ, ਸੱਭਿਆਚਾਰਕ ਪੱਖ ਤੋਂ ਪਹਿਲਾਂ ਹੀ ਹੈ ਕਿ ਘੱਟ ਗਿਣਤੀਆਂ ਦੀ ਪਛਾਣ ਦਾ ਸਵਾਲ ਹੈ ਜਿਹੜਾ ਉਹ ਹੋ ਰਿਹਾ। ਸਰਕਾਰ ਕਟਹਿਰੇ ਦੇ ਵਿੱਚ ਖੜੀ ਹੈ। ਸਿਆਸੀ ਮਾਨਿਆਂ ਦਾ ਕੰਮ ਕੇਵਲ ਫਰਕ ਇੰਨਾ ਹੀ ਹੈ ਕਿ ਕੀ ਕੋਈ ਧਿਰ
ਜੀ ਐਸੀ ਉੱਭਰੇਗੀ ਜਿਹੜੀ ਇਹਨੂੰ ਸਿਆਸੀ ਰੂਪ ਦੇ ਵਿੱਚ ਵੀ ਤਬਦੀਲ ਕਰ ਦੇ, ਇਸ ਨਾਰਾਜ਼ਗੀ ਨੂੰ ਲੋਕਾਂ ਦੀ, ਇਸ ਘੇਰੇ ਨੂੰ ਹੋਰ ਸਖਤ ਕਰਕੇ ਸਰਕਾਰ ਨੂੰ ਮਜਬੂਰ ਕਰਦੇ ਪਿੱਛੇ ਹਟਣ ਦੇ ਵਾਸਤੇ। ਉਹਦੀ ਲੋੜ ਹੈ, ਉਹਦੀ ਚੇਂਜ ਦੀ ਲੋੜ ਹੈ। ਜਿਹੜੀ ਬਾਰ-ਬਾਰ ਇੱਕ ਗੱਲ ਹੋ ਰਹੀ ਹੈ ਕਿ ਕਾਂਗਰਸ ਦਾ ਆਪਣਾ ਹੀ ਸਿਸਟਮ ਸੁਧਰ ਨਹੀਂ ਰਿਹਾ, ਨਾ ਸੂਬਿਆਂ ਦੇ ਵਿੱਚ ਬਗਾਵਤ ਟਾਈਪ ਹੈ, ਆਪਣੀ ਕੇਂਦਰ ਦੇ ਵਿੱਚ ਬਗਾਵਤ ਵਰਗੀ ਹਾਲਤ ਹੈ, ਉਹਨਾਂ ਤੋਂ ਆਪਣਾ ਢਾਂਚਾ ਨਹੀਂ ਸੁਧਰ ਰਿਹਾ, ਆਪਣਾ ਘਰ ਨਹੀਂ ਠੀਕ ਆ ਰਿਹਾ। ਤਾਂ ਕਿਉਂ ਨਾ ਕੋਈ ਜਿੰਨੀਆਂ ਵੀ ਫੈਡਰਲ ਫੋਰਸਾਂ ਨੇ, ਜਿੰਨੇ ਵੱਖ-ਵੱਖ ਰਾਜਾਂ ਦੇ ਵਿੱਚ ਰੀਜਨਲ ਪਾਰਟੀਆਂ ਨੇ, ਜਾਂ ਜਿਹੜੇ ਵੀ ਇਹ ਸੋਚਦੇ ਨੇ ਕਿ ਇਸ ਤਰੀਕੇ ਦੇ ਕੀ ਕੋਈ ਇਸ ਪਾਸੇ ਵੱਲ ਤੁਰਨਗੇ। ਜੇ ਤੁਰਨਗੇ ਤਾਂ ਲਾਜ਼ਮੀ ਹੈ ਕਿ ਬਦਲਾਅ ਸੰਭਵ ਹੈ। ਨਹੀਂ ਤਾਂ ਇੱਕ ਜ਼ਮਾਨੇ ਤੱਕ ਕਾਂਗਰਸ ਵੇਲੇ ਵੀ ਕਿਹਾ ਜਾਂਦਾ ਸੀ, ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਸੀ, ਟੀਨਾ ਫੈਕਟਰ। ਟੀਨਾ ਦਾ ਮਤਲਬ ਦੇਅਰ ਇਜ਼ ਨੋ ਅਲਟਰਨੇਟਿਵ। ਅਲਟਰਨੇਟਿਵ ਦਾ ਮਤਲਬ ਇਹੀ ਹੁੰਦਾ ਸੀ ਕਿ ਜੇ ਲੋਕ ਉਹਦੇ ਖਿਲਾਫ ਨੇ, ਪਰ ਜੇ ਅਲਟਰਨੇਟਿਵ ਇਹ ਨਹੀਂ, ਜੇ ਪੈਰਲ ਕੋਈ ਖੜੀ ਧਿਰੇ ਨਹੀਂ ਜੀ ਤਾਂ ਲੋਕ ਜਾਣਗੇ ਕਿੱਥੇ। ਤੇ ਹੁਣ ਸ਼ਾਇਦ ਬੀਜੇਪੀ ਨੂੰ ਵੀ ਐਂ ਨਾ ਲੱਗਣ ਲੱਗ ਜੇ ਕਿ ਟੀਨਾ ਫੈਕਟਰ ਨਾਲ ਹੀ ਕੰਮ ਚੱਲ ਜੂਗਾ, ਬਾਕੀ ਛੱਡੋ। ਤੇ ਉਹਨੂੰ ਬਦਲਣ ਦਾ ਸਵਾਲ ਹੈ, ਉਸ ਮਾਹੌਲ ਨੂੰ ਬਦਲਣ ਦਾ ਸਵਾਲ ਹੈ। ਜੇ ਉਹ ਮਾਹੌਲ ਬਦਲੇਗਾ ਤਾਂ ਲਾਜ਼ਮੀ ਹੈ ਕਿ ਲੋਕ ਕੋਈ ਨਵੀਂ ਚੀਜ਼, ਨਵਾਂ ਏਜੰਡਾ, ਨਵੀਂ ਗੱਲ ਨੂੰ ਪਸੰਦ ਕਰਨਗੇ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।